ਸਾਬਕਾ ਸਿੱਖਿਆ ਮੰਤਰੀ ਡਾਕਟਰ ਦਲਜੀਤ ਸਿੰਘ ਚੀਮਾ ਨੇ ਰੂਪਨਗਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਬਰਗਾੜੀ ਕਾਂਡ ਮਾਮਲੇ ਦੇ ਵਿੱਚ ਪੰਜਾਬ ਸਰਕਾਰ ਨੂੰ ਦੋਸ਼ੀ ਠਹਿਰਾਇਆ ਅਤੇ ਕਿਹਾ ਕਿ ਪੰਜਾਬ ਸਰਕਾਰ ਇਸ ਮਾਮਲੇ ਨੂੰ ਲੈ ਕੇ ਨਵੀਆਂ ਘਟਨਾ ਘੜ ਰਹੀ ਹੈ ਅਤੇ ਇਸ ਸਿਆਸਤ ਦੇ ਉੱਤੇ ਹੋਰ ਸਿਆਸਤਾਂ ਖੇਡ ਰਹੀ ਹੈ। ਆਖਿਰ ਡਾਕਟਰ ਦਲਜੀਤ ਸਿੰਘ ਚੀਮਾ ਨੇ ਇਸ ਵਿਸ਼ੇ ਦੇ ਉੱਤੇ ਕੀ ਕੁਝ ਕਿਹਾ ਅਤੇ ਕਿਸ ਤਰੀਕੇ ਦੇ ਨਾਲ ਪੰਜਾਬ ਸਰਕਾਰ ਨੂੰ ਘੇਰਿਆ, ਆਓ ਤੁਹਾਨੂੰ ਦਿਖਾਉਂਦੇ ਹਾਂ ਚੈਨਲ ਸ਼ਾਨ ਪੰਜਾਬੀ ਦੀ ਇਸ ਵਿਸ਼ੇਸ਼ ਰਿਪੋਰਟ ਦੇ ਵਿੱਚ। देखो जी, साड़ियाँ ते कांग्रेस पार्टी नूं बेस्ट विशेस है कि शहर के लोगों ने उन्होंने जिहड़ा कमेटी की जिम्मेवारी दी है, तो साड़ियाँ बेस्ट विशेस है कि चंगा प्रधान बनाउण, वो शहर की सेवा करे। पर करनी जी हुण कित्थों है सानूं पता है कि ना इन्होंने कोई पैसा देना, तो जिहड़ा पिछला जिहड़ा हो सकता सी वो रुकिया इन्होंने। पर चलो साड़ियाँ शुभ इच्छावां, डेमोक्रेसी है, जिन्हों दिल करता प्रधान बनाओ। ਅਸੀਂ ਤਾਂ ਆਪੋਜੀਸ਼ਨ 'ਚ ਸਾਡੇ ਤਾਂ 2 ਮੈਂਬਰ ਹੈ, ਅਸੀਂ ਆਪੋਜੀਸ਼ਨ 'ਚ ਬੈਠੇ ਹਾਂ। ਸਥਿਤੀਆਂ ਦੇਖਾਂਗੇ, ਪਰ ਅਦਰਵਾਈਜ਼ ਤਾਂ ਹਜੇ ਉਹਨਾਂ ਕੋਲ ਐਬਸੋਲੂਟ ਮੈਜੋਰਟੀ ਹੈ। ਕਿਉਂਕਿ ਸਭ ਚਾਹੁੰਦੇ ਸੀ ਧੜੇਬੰਦੀ ਆਪਸ ਵਿੱਚ ਉਹਨਾਂ ਦੀ ਬਣਦੀ ਹੈ ਤਾਂ ਅਕਾਲੀ ਦਲ ਫਿਰ ਕਿੱਧਰ ਪਰ ਮੌਕੇ ਤੇ ਦੇਖਾਂਗੇ ਚੱਲ ਰਹੀ ਤਾਂ ਫਿਰ ਜਿਹੜੀ ਯੂਨੀਵਰਸਿਟੀ ਹੈਗੇ ਉਹ ਯੂਨੀਵਰਸਿਟੀ ਹੈ। ਚਲੋ ਇਹ ਤਾਂ ਫਿਰ ਮੌਕਾ ਹੀ ਦੱਸੇਗਾ ਨਾ। ਨਹੀਂ ਤਾਂ ਅਸੀਂ ਹਾਲੇ ਅੱਜ ਦੀ ਤਰੀਕ ਤੇ ਮੰਨਦੇ ਹਾਂ ਕਿ ਉਹਨਾਂ ਦੇ 16 ਜਿਹੜੇ ਹੈਗੇ ਆ। ਇਸ ਕਰਕੇ ਸਾਡੇ ਵੱਲੋਂ ਸ਼ੁਭ ਸ਼ਾਮਾਂ ਕਿ ਚੰਗੇ ਬੰਦੇ ਨੂੰ, ਕਿਸੇ ਨੂੰ ਪੁਰਾਣੇ ਜਿਹੜਾ ਸ਼ਹਿਰ ਨੂੰ ਸਮਝਦਾ ਹੋਵੇ, ਸਿਆਣਾ ਹੋਵੇ, ਤਜਰਬੇਕਾਰ ਹੋਵੇ, ਕਿਸੇ ਨੂੰ ਬਣਾਉਣ, ਸਾਨੂੰ ਕੋਈ ਇਤਰਾਜ਼ ਨਹੀਂ। ਕੁਛ ਪਾਰਟੀਆਂ ਬਹੁਤ ਨੀਵੇਂ ਦਰਜੇ ਦੀ ਰਾਜਨੀਤੀ ਧਾਰਮਿਕ ਸਥਾਨਾਂ ਦੇ ਉੱਤੇ ਕਰ ਰਹੀਆਂ ਨੇ। ਮੈਂ ਉਹਨਾਂ ਨੂੰ ਚੇਤਾਵਨੀ ਦਿੰਦਾ ਕਿ ਉਹਨਾਂ ਨੂੰ ਇਹਨਾਂ ਗੱਲਾਂ ਤੋਂ ਗੁਰੇਜ਼ ਕਰਨਾ ਚਾਹੀਦਾ। ਖਾਸ ਤੌਰ 'ਤੇ ਮੈਨੂੰ ਨਾਮ ਲੈਣ 'ਤੇ ਕੋਈ ਇਤਰਾਜ਼ ਨਹੀਂ। ਆਮ ਆਦਮੀ ਪਾਰਟੀ ਇੱਕ ਸਿਸਟੇਮੈਟਿਕ ਤਰੀਕੇ ਨਾਲ ਟ੍ਰੇਨਿੰਗ ਦੇ ਕੇ ਬੰਦੇ ਖੜੇ ਕੀਤੇ ਜਾਂਦੇ ਆ। ਜਦੋਂ ਕੋਈ ਸ਼ਖਸੀਅਤ ਮੱਥਾ ਟੇਕਣ ਜਾਂਦੀ ਹੈ ਕਿ ਉੱਥੇ ਤੁਸੀਂ ਜਾ ਕੇ ਪ੍ਰੋਟੈਸਟ ਕਰਨਾ, ਉੱਥੇ ਇਹ ਦੇਣਾ, ਇਹ ਗੁਰੂ ਘਰ ਦਾ ਨਰਾਦਰ। ਇਹਦੇ ਪਿੱਛੇ ਮੈਂ ਕੇਜਰੀਵਾਲ ਨੂੰ ਸਾਫ਼ ਤੌਰ 'ਤੇ ਕਹਿਣੀ ਚਾਹੁੰਦਾ ਕਿ ਇਹ ਤੈਨੂੰ ਧਰਮ ਦੀ ਜਿਹੜੀ ਆ ਇਸ ਤਰੀਕੇ ਬੇਅਦਬੀ ਕਰਨ ਦੀ ਆਗਿਆ ਸੰਗਤ ਨੇ ਜ਼ਿਆਦਾ ਦੇਰ ਨਹੀਂ ਦੇਣੀ। ਮੈਂ ਸ਼ਰੇਆਮ ਨੂੰ ਕਹਿੰਦਾ, ਕਿਉਂਕਿ ਇਹ ਬਦਮਾਸ਼ੀ ਹੁੰਦੀ ਹੈ। ਕਦੀ ਅੱਜ ਤੱਕ ਸਾਡੇ ਰਿਵਾਜ ਨਹੀਂ ਕਿ ਗੁਰੂ ਘਰ ਗਏ ਕਿਸੇ ਬੰਦੇ ਦੇ ਖਿਲਾਫ ਕੋਈ ਇੱਦਾਂ ਬੋਲੇ। ਗੁਰੂ ਘਰ ਤੋਂ ਬਾਅਦ ਜਾ ਕੇ ਕੋਈ ਜੋ ਮਰਜ਼ੀ ਕਰੇ। ਡੈਮੋਕ੍ਰੇਟਿਕ ਕੰਟਰੀ ਹੈ, ਕਿਸੇ ਦੇ ਨਾਅਰੇ ਲਾਉਣੇ ਆ, ਕਿਸੇ ਨੂੰ ਕੁਛ ਹੋਰ ਕਰਨਾ, ਬਾਹਰ ਕਰੋ। ਗੁਰੂ ਦੇ ਤਖਤ ਦੇ ਉੱਤੇ ਜੇ ਕੋਈ ਇੱਦਾਂ ਇਹ ਸ਼ੋਅ ਇੱਦਾਂ ਕੀਤਾ ਜਾਂਦਾ ਹੈ ਜਾਣਬੁੱਝ ਕੇ ਕਿ ਸ਼ਾਇਦ ਉੱਥੇ ਸੰਗਤ ਸੀ, ਸੰਗਤ ਨਹੀਂ ਹੁੰਦੀ। ਸੰਗਤ ਹਰ ਜਗ੍ਹਾ ਹੁੰਦੀ ਹੈ, ਬਾਕੀ ਜਗ੍ਹਾ ਨਹੀਂ ਨਾਅਰੇ ਲੱਗਦੇ। ਪਤਾ ਕਿ ਵੀਆਈਪੀ ਮੂਵਮੈਂਟ ਹੈ। ਪਿਛਲੀ ਵਾਰੀ ਤੁਸੀਂ ਬਾਹਰ ਝੰਡੀਆਂ ਦਿਖਾਈਆਂ ਜਦੋਂ ਤਖਤਾਂ ਤੋਂ ਅਸੀਂ ਮਾਰਚ ਸ਼ੁਰੂ ਕੀਤੇ, ਇਹਨਾਂ ਦੀ ਐਮਐਲਏ ਨੇ ਰੀਡ ਕੀਤਾ, ਲੋਕਾਂ ਨੇ ਉਦੋਂ ਵੀ ਬੁਰਾ ਭਲਾ ਕਿਹਾ ਕਿ ਤੁਹਾਡਾ ਕੋਈ ਰਾਈਟ ਨਹੀਂ ਹੈ ਕਿ ਉਹ ਤਖਤ ਤੋਂ ਜਾ ਰਹੇ ਸੀ, ਪਰ ਉਹ ਗੁਰਦੁਆਰੇ ਤੋਂ ਬਾਹਰ ਸੀ। ਹੁਣ ਇਹਨਾਂ ਦੇ ਕਿਉਂਕਿ ਇਹਨਾਂ ਦੇ ਕੇਜਰੀਵਾਲ ਦੀ ਉੱਥੇ ਹਾਜ਼ਰੀ ਦੇ ਵਿੱਚ ਇੱਕ ਸਾਜ਼ਿਸ਼ ਦਿੱਲੀ 'ਚ ਬੈਠ ਕੇ ਘੜੀ ਜਾਂਦੀ ਹੈ ਵੀ ਧਰਮ ਸਥਾਨ ਦੇ ਅੰਦਰ ਬੰਦੇ ਕਿਵੇਂ ਖੜੇ ਕਰਨੇ ਆ, ਉਹਨਾਂ ਦੇ ਲਿਖਿਆ ਕੀ ਜਾਊਗਾ, ਸਾਨੂੰ ਸਾਰੀ ਜਾਣਕਾਰੀ ਇਸ ਗੱਲ ਉਹ ਦੇਸ਼ ਦੇ ਕੇ ਭੇਜਦਾ। ਉਹ ਪ੍ਰਮਾਣ ਕਰਾ ਰਿਹਾ ਕੇਜਰੀਵਾਲ ਇਸ ਵੇਲੇ ਜਿਹੜਾ ਹੈਗਾ ਇਹ ਗੁਰੂ ਘਰਾਂ ਦਾ ਇਹਨਾਂ ਲੋਕਾਂ ਦੀ ਸਾਜ਼ਿਸ਼ ਹੈ। ਇਹ ਬਹੁਤ ਵੱਡਾ ਮੈਂ ਕਹਿੰਦਾ ਗੁਰੂ ਘਰ ਦਾ ਨਰਾਦਰ ਹੈ। ਤੇ ਆਪ ਦੇ ਵਰਕਰ ਸੀ ਜਾਂ 100% ਇਹਨਾਂ ਦੇ ਪੇਡ ਹੁੰਦਾ ਸਭ ਕੁਛ। ਮੈਂ ਓਪਨਲੀ ਇਹਨਾਂ ਨੂੰ ਕਹਿੰਦਾ ਕਿ ਇਹਨਾਂ ਗੱਲਾਂ 'ਚ ਨਾ ਜਾਓ। ਅੱਗੇ ਵੀ ਜਦੋਂ ਹਾਲਾਤ ਪੰਜਾਬ ਦੇ ਖਰਾਬ ਹੋਏ ਸੀ, ਕੁਝ ਪਾਰਟੀਆਂ ਨੇ ਇਸ ਤਰ੍ਹਾਂ ਦੇ ਕੰਮ ਕੀਤੇ ਸੀ। ਕਿਸੇ ਨੇ ਮੰਦਰਾਂ 'ਚ ਪੂਛਾਂ ਸਟਾਈਆਂ, ਕਿਸੇ ਨੇ ਬੇੜੀਆਂ ਸਟਾਈਆਂ। ਇਹ ਉਸ ਤਰ੍ਹਾਂ ਦੀ ਗੰਦੀ ਰਾਜਨੀਤੀ ਆਮ ਆਦਮੀ ਪਾਰਟੀ ਕਰ ਰਹੀ ਹੈ, ਇਹਨੂੰ ਨਹੀਂ ਕਰਨੀ ਚਾਹੀਦੀ। ਬੜੀ ਰਾਜਨੀਤੀ ਵਾਸਤੇ ਖੁੱਲ੍ਹੀ ਥਾਂ ਹੈ, ਓਪਨ ਪੇਡ ਚਾਹੋ ਨਾ। ਹੁਣ ਇਲੈਕਸ਼ਨ ਹੈ, ਆ ਲੋਕਲ ਗਵਰਨਮੈਂਟ ਦੀਆਂ ਇਲੈਕਸ਼ਨਾਂ ਸੀ, ਸਥਾਨਕ ਸੰਸਥਾਵਾਂ ਦੀਆਂ, ਉੱਥੇ ਨਹੀਂ ਦੱਸੇ, ਉੱਥੇ ਜੋਰ ਲਾਉਂਦੇ ਨਾ, ਉੱਥੇ ਦੱਸਦੇ ਲੋਕਾਂ ਨੂੰ ਕਹਿ ਕੇ। ਇਹ ਪ੍ਰਭਾਵ ਦਿੱਤਾ ਜਾਂਦਾ ਕਿ ਦੇਖੋ ਜੀ, ਕਿਉਂਕਿ ਪਹਿਲਾਂ ਵੀ ਪਿਛਲੀ ਵਾਰੀ ਇਸ਼ੂ ਜਿਹੜਾ ਬਣਾਇਆ ਗਿਆ ਸੀਗਾ ਇਹ ਧਾਰਮਿਕ ਬਣਾਇਆ ਗਿਆ ਸੀ। ਹੁਣ ਵੀ ਸਾਰਾ 4 ਸਾਲਾਂ ਤੋਂ ਬਿਲਡ ਕੀਤਾ ਜਾ ਰਿਹਾ ਸੀ ਕਿ ਇਹਨੂੰ ਇਲੈਕਸ਼ਨ ਦੇ ਟਾਈਮ ਤੇ ਅਸੀਂ ਵਰਤਾਂਗੇ। ਦੋਨੇ ਪਾਰਟੀਆਂ 'ਚ ਇੱਕ ਮੁੱਠਾ। ਇਸ ਕਰਕੇ ਹੁਣ ਇਹਨਾਂ ਨੂੰ ਲੱਗਿਆ ਕਿ ਜੇ ਉਧਰ ਹਾਈ ਕੋਰਟ ਦੀ ਜੱਜਮੈਂਟ ਆ ਗਈ, ਇਨਵੈਸਟੀਗੇਸ਼ਨ ਕੁਐਸ਼ ਹੋ ਗਈ, ਤੇ ਹੁਣ ਇਹਨਾਂ ਨੂੰ ਲੱਗਿਆ ਕਿ ਦੂਜਾ ਪੱਤਾ ਖੇਡੋ ਕਿ ਅਕਾਲੀਆਂ ਦੇ ਖਿਲਾਫ ਇੱਦਾਂ ਦਾ ਰੋਸ ਹੈ ਕਿ ਇਹਨਾਂ ਨੂੰ ਧਾਰਮਿਕ ਸਥਾਨਾਂ ਦੇ ਵਿੱਚ ਲੋਕੀ ਵੰਡ ਦਿੰਦੇ। ਕਿੰਨੀ ਸ਼ਰਮ ਵਾਲੀ ਗੱਲ ਹੈ ਜੇ ਤੁਸੀਂ ਗੁਰੂ ਘਰਾਂ ਦੇ ਵਿੱਚ ਇੱਦਾਂ ਦੇ ਕੰਮ ਕਰਾਓਗੇ ਪੋਲੀਟੀਕਲ ਪਾਰਟੀਆਂ, ਤੇ ਕੀ ਮਰਿਆਦਾ ਰਹਿ ਜਾਏਗੀ ਗੁਰੂ ਘਰਾਂ ਦੀ? ਬਹੁਤ ਸ਼ਰਮ ਵਾਲੀ ਗੱਲ ਹੈ, ਇਹਨੂੰ ਕੰਡੈਮ ਕਰੋ। ਅੱਛਾ, ਇੱਕ ਨਵਜੋਤ ਸਿੰਘ ਸਿੱਧੂ ਦੇ ਦੌਰੇ ਬਾਰੇ ਕੀ ਸਮਝਦੇ ਹੋ? ਉਹਨਾਂ ਨੇ ਉੱਥੇ ਗੁਰਜਵਾਰ ਸਿੰਘ ਜਿਹੜਾ ਕੀੜਾ ਮਾਰਿਆ, ਆਪਣੀ ਸਰਕਾਰ ਪੁਰਾਣੀ ਸਰਕਾਰ ਦੇ ਟੇਢੇ ਢੰਗ ਨਾਲ ਉਹਨਾਂ ਨੇ ਇਸ਼ਾਰਿਆਂ 'ਚ ਦੋਸ਼ ਲਾਏ ਵੀ ਅੱਜ ਇਨਸਾਫ ਨਹੀਂ ਮਿਲਿਆ 6 ਸਾਲ। ਦੇਖੋ, ਮੈਂ ਸਮਝਦਾ ਕਿ ਕੋਈ ਗੁਰੂ ਘਰ ਜਾ ਕੇ ਨਤਮਸਤਕ ਹੋਵੇ ਤਾਂ ਕੋਈ ਗੱਲ ਨਹੀਂ, ਲੇਕਿਨ ਜੇ ਤੁਸੀਂ ਕੋਈ ਇਸ ਗੱਲ ਦੇ ਉੱਤੇ ਇਸ਼ੂ ਬਣਾਉਣ ਵਾਸਤੇ ਗਏ ਹੋ, ਇਹ ਵਧੀਆ ਗੱਲ ਵੀ ਨਹੀਂ, ਕਿਉਂਕਿ ਤੁਸੀਂ 2 ਸਾਲ ਮੰਤਰੀ ਰਹੇ ਹੋ ਸਰਕਾਰ,
ਅੱਜ ਦੀ ਤਰੀਕ 'ਚ ਵੀ ਤੁਸੀਂ ਸਰਕਾਰ ਦਾ ਹਿੱਸਾ। ਹੁਣ ਹਾਈ ਕੋਰਟ ਦੀ ਜੱਜਮੈਂਟ ਆ ਗਈ ਤੇ ਤੁਸੀਂ ਤੁਰ ਪਏ ਵੱਖਰੇ, ਵੀ ਸ਼ਾਇਦ ਹੁਣ ਵੱਖਰੀ ਸੁਰ ਅਲਾਪਣ ਦਾ ਫਾਇਦਾ ਹੈਗਾ। ਮੈਂ ਤਾਂ ਹੀ ਕਹਿੰਦਾ ਹੈਰਾਨੀ ਇਹ ਗੱਲ ਦੀ ਕਿ ਗੁਰੂ ਘਰ ਦੇ, ਗੁਰੂ ਗ੍ਰੰਥ ਸਾਹਿਬ ਦੇ ਨਾਂ 'ਤੇ ਕਿੰਨੀ ਕੁ ਰਾਜਨੀਤੀ ਕਰੋ। ਯੂ ਆਰ ਸਟਿਲ ਪਾਰਟ ਆਫ ਦੀ ਗਵਰਨਮੈਂਟ। MLA ਹੋ ਤੁਸੀਂ, 2 ਸਾਲ ਤੁਸੀਂ ਮੰਤਰੀ ਰਹਿ ਗਏ ਤੇ ਕਿੰਨੀ ਵਾਰੀ ਗਏ ਬਤੌਰ ਮੰਤਰੀ ਤੁਸੀਂ ਉੱਥੇ ਮੱਥਾ ਟੇਕਣ? ਗੁਰੂ ਘਰ ਤਾਂ ਉਦੋਂ ਦਾ ਹੀ ਹੈ ਨਾ, ਪਹਿਲਾਂ ਦਾ ਹੀ ਹੈ। ਕਿੰਨੀ ਵਾਰੀ ਬਤੌਰ ਮੰਤਰੀ ਤੁਸੀਂ ਮੱਥਾ ਟੇਕਣ ਗਏ? ਕੀ ਤੁਸੀਂ ਉਦੋਂ ਬਤੌਰ ਮੰਤਰੀ ਕੀਤਾ? ਪਰ ਹੁਣ ਕਿਉਂਕਿ ਪਤਾ ਜਿੱਦਣ ਜੱਜਮੈਂਟ ਆਉਣੀ ਹੈ, ਪਹਿਲਾਂ ਹੀ ਸਾਰਿਆਂ ਦੀਆਂ ਲੱਤਾਂ ਹਿੱਲਣ ਲੱਗ ਗਈਆਂ ਕਿ ਉਦੋਂ ਸਾਨੂੰ ਬੜੀਆਂ ਗੱਲਾਂ ਦੇ ਜਵਾਬ ਦੇਣੇ ਪੈਣੇ ਤੇ ਵੱਖਰੇ ਹੋ ਜਾਓ। ਸੌਖਾ ਕੰਮ, ਟਪੂਸੀ ਮਾਰੋ ਦੂਜੇ ਪਾਸੇ, ਉੱਧਰ ਜਾ ਕੇ ਜਿਹੜੇ ਭੀੜ ਦੇ ਅੱਗੇ ਜਾ ਕੇ ਰੌਲਾ ਪਾਉਣਾ ਸ਼ੁਰੂ ਕਰ ਦਿਓ। ਪਰ ਹੁਣ ਦੁੱਕੀ ਸੰਗਤ ਜਿਹੜੀ ਹੈ ਸਮਝ ਗਈ ਹੈ, ਕੰਮ ਜ਼ਿਆਦਾ ਦੇਰ ਚੱਲਣੇ ਨਹੀਂ। ਸਵਾਗਤ ਕਰ ਦਾਂਗੇ, ਕਹਿੰਦੇ ਦੇਸ਼ ਜਿੱਧਰ ਆਉਂਦੇ ਆ ਤਾਂ ਇਹ ਕਹਤਾ ਜੀ, ਸਿੱਧੂ ਸਾਹਿਬ ਮੈਂ ਤੇ ਨਹੀਂ ਸਮਝ ਲੱਗਦੀ ਵੀ ਇਹਨਾਂ ਬੰਦਿਆਂ ਨੂੰ ਆਪਣੇ ਜੀਵਨ ਬਾਰੇ ਸੋਚਦੇ ਕਿਉਂ ਨਹੀਂ ਵੀ ਇਹ ਕਿਸੇ ਪਾਰਟੀ 'ਚ ਬੈਠੇ ਹੋਣ, ਦੂਜੀਆਂ ਪਾਰਟੀਆਂ ਨੇ ਇਹਨਾਂ ਦਾ ਸਵਾਗਤ ਹੀ ਕਰਦੇ ਰਹਿੰਦੇ ਆ। ਨਹੀਂ, ਵਫਾਦਾਰੀ ਕਿੱਥੇ ਆ? ਮੈਨੂੰ ਕੋਈ ਕਵੇ ਕਿ ਫਲਾਣੀ ਪਾਰਟੀ 'ਚ ਤੇਰਾ ਨਾਮ ਵੱਜਦਾ, ਮੈਨੂੰ ਡੁੱਬ ਕੇ ਮਰ ਜਾਣਾ ਚਾਹੀਦਾ ਵੀ ਮੇਰੀ ਪਾਰਟੀ ਨਾਲ ਕਮਿਟਮੈਂਟ ਕੀ ਰਹਿ ਗਈ। ਇਹ ਕਦੀ ਰੈਕਟ ਹੀ ਨਹੀਂ ਕਰਦੇ ਇਸ ਗੱਲ ਨੂੰ, ਸਾਰੀਆਂ ਪਾਰਟੀਆਂ ਇਹਨਾਂ ਨੂੰ ਕਲੇਮ ਕਰੀ ਜਾਂਦੀਆਂ ਰਹਿੰਦੀਆਂ। ਤੇ ਖੜੇ ਕਿੱਥੇ ਕਿਸੇ ਨਾਲ ਹੈ ਵੀ ਕਿ ਨਹੀਂ? ਜਿੱਥੇ ਖੜੇ ਹੁੰਦੇ ਆ ਉਹਨੂੰ ਤਬਾਦ ਨਹੀਂ ਹੁੰਦਾ, ਮੇਰੇ ਨਾਲ ਖੜੇ ਆ, ਦੂਜੇ ਸਾਰੇ ਸਵਾਗਤ ਕਰਦੇ ਹੁੰਦੇ ਇਹਨਾਂ ਦਾ। ਤੇ ਕੀ ਇਹਨਾਂ ਦੀ ਕਿਸ ਤਰ੍ਹਾਂ ਦੇ ਬੰਦੇ ਆ, ਮੈਨੂੰ ਸਮਝ ਨਹੀਂ ਲੱਗਦਾ। ਕਿਸੇ ਲੀਡਰ ਦੇ ਉੱਤੇ ਉਹਦੀ ਵਫਾਦਾਰੀ ਤੇ ਮਾੜੀ ਦਾ ਵੀ ਕੁਐਸਚਨ ਉੱਠਦਾ, ਉਹ ਸ਼ਰਮ ਮਹਿਸੂਸ ਕਰਦਾ, ਉਹ ਗੱਲ ਪੈਂਦਾ ਦੂਜੇ ਦੇ ਵੀ ਕਿੰਨੇ ਕਿਹਾ ਵੀ ਮੈਂ ਮੇਰੇ ਬਾਰੇ ਇਸ ਤਰ੍ਹਾਂ ਦੀ ਗੱਲ, ਤੇ ਕੋਈ ਫਿਕਰ ਹੀ ਨਹੀਂ। ਉਸ ਤੋਂ ਕਹਿ ਡਿਨਾਈ ਵੀ ਨਹੀਂ ਕਰ ਰਹੇ ਕਿਤੇ ਆ ਕੇ ਮੈਂ ਨਹੀਂ ਜਾਣਾ ਕਿਸੇ ਪਾਰਟੀ 'ਚ। ਮੈਂ ਤਾਂ ਆਪ ਹੈਰਾਨ ਹਾਂ, ਮੈਂ ਤਾਂ ਹੀ ਤਾਂ ਕਿਹਾ ਵੀ ਸਾਰੀਆਂ ਪਾਰਟੀਆਂ ਦਾ ਸਾਰਾ ਸਾਲ ਭਾਈ ਪੁੱਛੀ ਜਾਣਾ, ਕਿਤੇ ਦੁਕਾਨ ਪਾ ਕੇ ਬਹਿ ਵੀ ਜਾਓ। ਕਿਤੇ ਜਿੱਥੇ ਜਵਾਬਦੇਹੀ ਖਤਮ ਹੋ ਗਈ, ਲੱਗਦਾ ਵੀ ਹੁਣ ਇੱਥੇ ਜਵਾਬ ਦੇਣਾ ਪੈਣਾ ਤੇ ਨਾਲ ਦੀ ਨਾਲ ਹੀ ਰੇਹੜੀ ਅੱਗੇ ਲੈ ਜਾਓ। ਇਹ ਵੀ ਕਿਹੜੀ ਸਾਡੇ ਵੱਲ ਤਾਂ ਨਹੀਂ ਕੁਛ ਨਹੀਂ ਆਇਆ ਜਿੱਧਰ ਆਉਣ ਦਾ। ਨਹੀਂ, ਸਾਡੇ ਨਹੀਂ ਆਇਆ, ਸਾਡੇ ਪੱਕੇ ਹੀ ਆ, ਸਾਡੇ ਫੂਲੀ ਬਾਕੀ ਜਿੱਥੇ ਬੈਠੇ ਆ, ਜਿਹੜੇ ਬੈਠੇ ਪੱਕੇ ਹੀ ਆ। ਅੱਛਾ, ਦਿੱਲੀ ਚੋਣਾਂ ਬਾਰੇ ਪਾਰਟੀ ਦੀ ਕੀ ਸਰਗਰਮੀ ਹੈ ਜੀ ਦਿੱਲੀ? ਦੇਖੋ, ਮੈਂ ਇੱਕ ਕਹਿਣਾ ਚਾਹੁੰਦਾ ਕਿ ਪਹਿਲੀ ਤਾਂ ਗੱਲ ਹੈ ਜਿਹੜੀ ਰਿਟ ਫਾਈਲ ਕੀਤੀ ਸੀ ਕੁੰਵਰ ਬਾਜਵਾ ਪ੍ਰਤਾਪ ਸਿੰਘ ਦੇ ਇਨਵੈਸਟੀਗੇਸ਼ਨ ਦੇ ਖਿਲਾਫ, ਉਹ ਸ਼੍ਰੋਮਣੀ ਅਕਾਲੀ ਦਲ ਦੇ ਕਿਸੇ ਲੀਡਰ ਨੇ ਜਾਂ ਸ਼੍ਰੋਮਣੀ ਅਕਾਲੀ ਦਲ ਨੇ ਫਾਈਲ ਨਹੀਂ ਸੀ ਕੀਤੀ। ਇੱਕ SHO ਪੁਲਿਸ ਤੇ ਔਰ ਇੱਕ ਹੈੱਡ ਕਾਂਸਟੇਬਲ ਨੇ ਉਹਨਾਂ ਦੀ ਇਨਵੈਸਟੀਗੇਸ਼ਨ ਨੂੰ ਚੈਲੰਜ ਕੀਤਾ ਸੀ ਹਾਈ ਕੋਰਟ ਦੇ ਵਿੱਚ। ਔਰ ਸਾਰੀ ਜਿਹੜੀ ਡਿਸਕਸ਼ਨ ਹਾਈ ਕੋਰਟ ਦੇ ਵਿੱਚ ਹੋਈ ਹੈ ਉਹ ਉਸ ਇਨਵੈਸਟੀਗੇਸ਼ਨ ਦੇ ਉੱਤੇ ਹੋਈ ਹੈ ਕਿ ਇਨਵੈਸਟੀਗੇਸ਼ਨ ਦੇ ਵਿੱਚ ਕੀ ਕੁਝ ਗਲਤ ਹੈ। ਔਰ ਬੜੀ ਹੈਰਾਨੀ ਹੁੰਦੀ ਹੈ ਕਿ ਐਡਾ ਸੀਰੀਅਸ ਮਸਲਾ ਸੀ ਗੁਰੂ ਗ੍ਰੰਥ ਸਾਹਿਬ ਦਾ, ਔਰ ਉਸ ਕੇਸ ਦੇ ਵਿੱਚ ਹਾਈ ਕੋਰਟ ਦੇ ਜੱਜ ਨੇ ਸਾਰੀ ਇਨਵੈਸਟੀਗੇਸ਼ਨ ਕੈਂਸਲ ਕਰ ਦਿੱਤੀ, ਖੁਆਇਸ਼ ਕਰ ਦਿੱਤੀ। ਔਰ IO ਨੂੰ ਜਿਹੜਾ ਹੈਗਾ ਕੁੰਵਰ ਵਿਜੇ ਪ੍ਰਤਾਪ ਸਿੰਘ ਨੂੰ ਸਿੱਟ ਤੋਂ ਬਾਹਰ ਕਰ ਦਿੱਤਾ। ਔਰ ਸਰਕਾਰ ਨੇ ਜਿਹੜੀ ਮੌਕੇ ਦੇ ਉੱਤੇ ਸਹਿਮਤੀ ਦਿੱਤੀ, ਉਹਦੇ ਮੁਤਾਬਕ ਨਵੀਂ ਸਿੱਟ ਬਣਾਉਣ ਦਾ ਫੈਸਲਾ ਉਹ ਹਾਈ ਕੋਰਟ ਨੇ ਕੀਤਾ ਕਿ ਜਿਹਦੇ 'ਚ ਕੁੰਵਰ ਵਿਜੇ ਪ੍ਰਤਾਪ ਸਿੰਘ ਸ਼ਾਮਲ ਨਹੀਂ। ਇਸ ਕਰਕੇ ਹਾਲੇ ਡਿਟੇਲਡ ਜੱਜਮੈਂਟ ਥੋੜ੍ਹੇ ਦਿਨਾਂ ਤੱਕ ਆਏਗੀ ਕਿਉਂਕਿ ਹਾਈ ਕੋਰਟ ਛੁੱਟੀਆਂ ਨੇ। ਮੈਂ ਸਮਝਦਾ ਕਿ ਇਸ ਜੱਜਮੈਂਟ ਦੇ ਆਉਣ ਤੋਂ ਬਾਅਦ ਕਈ ਪਰਤਾਂ ਖੁੱਲ੍ਹਣਗੀਆਂ ਕਿ ਕਿਸ ਤਰ੍ਹਾਂ ਦੀ ਜਿਹੜੀ ਹੈਗੀ ਆ ਇਨਵੈਸਟੀਗੇਸ਼ਨ ਹੁੰਦੀ ਰਹੀ, ਕਿਸ ਤਰੀਕੇ ਜਿਹੜੇ ਹੈਗੇ ਆ ਇਹਨੂੰ ਪੋਲੀਟੀਕਲ ਸ਼ੇਪ ਦਿੱਤੀ ਜਾਂਦੀ ਰਹੀ। ਇਹ ਬਹੁਤ ਇੱਕ ਵੱਡੇ ਚੀਜ਼ਾਂ ਇਸ ਸਾਰੀ ਡਿਟੇਲ ਜੱਜਮੈਂਟ ਦੇ ਆਉਣ ਤੋਂ ਬਾਅਦ ਜਿਹੜੀ ਸਮਝੋ। ਅਸਤੀਫਾ ਉਹਨਾਂ ਨੇ ਦੇ ਦਿੱਤਾ ਸੀਗਾ, ਉਹ ਨਾਮਨਜ਼ੂਰ ਕਰਤਾ। ਦੇਖੋ, ਗੱਲ ਇਹ ਹੈ ਕਿ ਅਸਤੀਫੇ ਦੇ ਵਿੱਚ ਜਿਹੜਾ ਉਹਨਾਂ ਨੇ ਰੀਜ਼ਨ ਦਿੱਤਾ ਉਹ ਤਾਂ ਇਹ ਕਿਹਾ ਕਿ ਮੈਂ ਪ੍ਰੀ ਮੈਚੋਰ ਰਿਟਾਇਰਮੈਂਟ ਲੈ ਰਿਹਾ, ਮੇਰੀ 22-23 ਸਾਲ ਦੀ ਨੌਕਰੀ ਹੋ ਗਈ। ਖੈਰ ਅਸੀਂ ਵੀ ਦੇਖਦੇ ਹਾਂ ਬਹੁਤ ਸਾਰੇ ਅਫਸਰ ਜਿਹੜੇ ਰਿਟਾਇਰਮੈਂਟ ਦੇ ਨੇੜੇ ਹੁੰਦੇ ਆ, ਉਹ ਕਈ ਵਾਰੀ ਇਲੈਕਸ਼ਨ ਦੇ ਮੌਕੇ ਦੇ ਉੱਤੇ ਅਸਤੀਫੇ ਦੇ ਕੇ ਕਈ ਪਾਰਟੀਆਂ ਤੋਂ ਇਲੈਕਸ਼ਨ ਲੜਦੇ, ਅੱਗੇ ਵੀ ਹੁੰਦਾ। ਹਰ ਇੱਕ ਨੂੰ ਆਪਣਾ ਕੈਰੀਅਰ ਚੂਜ਼ ਕਰਨ ਦਾ ਹੱਕ ਹੈ। ਕਈ ਵਾਰੀ ਕੋਈ ਹੋਰ ਜ਼ਿੰਦਗੀ ਦੀ ਪਲੈਨਿੰਗ ਹੁੰਦੀ ਹੈ ਕਿਸੇ ਦੀ। ਇਸ ਕਰਕੇ ਉਸ ਗੱਲ 'ਤੇ ਤਾਂ ਸਾਨੂੰ ਕੋਈ ਇਤਰਾਜ਼ ਨਹੀਂ ਹੈ ਕਿ ਕੋਈ ਕਿਸੇ ਰਾਜਨੀਤਿਕ ਪਾਰਟੀ 'ਚ ਜਾਣਾ ਚਾਹੁੰਦਾ ਜਾਂ ਇਲੈਕਸ਼ਨ ਲੜਨਾ ਚਾਹੁੰਦਾ, ਉਹਦਾ ਵੀ ਹੱਕ ਹੈ ਜਿਵੇਂ ਬਾਕੀਆਂ ਦਾ। ਪਰ ਦੂਜੀ ਗੱਲ ਹੈ ਕਿ ਜਿਹੜੀ ਟਾਈਮਿੰਗ ਹੈ ਅਸਤੀਫੇ ਦੀ, ਉਹ ਬਹੁਤ ਖਤਰਨਾਕ ਹੈ ਕਿ ਇੱਕ IO ਸੀਨੀਅਰ ਅਫਸਰ ਹੈ ਜਿਹੜਾ IG ਹੈ, ਉਹ ਹਾਈ ਕੋਰਟ ਦੀ ਜੱਜਮੈਂਟ ਤੋਂ ਬਾਅਦ ਅਸਤੀਫਾ ਦੇਵੇ। ਅਗਰ ਇਸ ਗੱਲ ਉੱਤੇ ਕਿ ਮੇਰੀ ਇਨਵੈਸਟੀਗੇਸ਼ਨ ਕਿਉਂ ਕੁਐਸ਼ ਕੀਤੀ ਗਈ, ਇਹ ਦੇਸ਼ ਦੀਆਂ ਅਦਾਲਤਾਂ ਵਾਸਤੇ ਇੱਕ ਬੜੀ ਵੱਡੀ ਚੁਣੌਤੀ ਹੈ। ਕਿਉਂਕਿ IO ਦਾ ਕੰਮ ਹੁੰਦਾ, ਚਾਹੇ SHO ਹੋਵੇ ਚਾਹੇ ਕੋਈ ਸੀਨੀਅਰ ਅਫਸਰ ਹੋਵੇ,
ਕਿ ਜੋ ਤੱਥ ਨੇ ਉਹ ਅਦਾਲਤ ਦੇ ਸਾਹਮਣੇ ਰੱਖਣੇ। ਸੁਪਰੀਮ ਅਦਾਲਤ ਹੁੰਦੀ ਹੈ, ਅਦਾਲਤ ਉਹਨੂੰ ਐਕਸੈਪਟ ਵੀ ਕਰ ਸਕਦੀ ਆ, ਉਹਨੂੰ ਰਿਜੈਕਟ ਵੀ ਕਰ ਸਕਦੀ ਹੈ। ਹੁਣ ਜੇ ਅੱਗੋਂ ਇਹ ਰਿਵਾਜ ਚੱਲ ਪਿਆ ਵੀ ਹਾਈ ਕੋਰਟ ਤੋਂ ਬਾਅਦ ਤਾਂ ਸੁਪਰੀਮ ਕੋਰਟ ਹੀ ਹੈ, ਐਡੀ ਵੱਡੀ ਹੋਰ ਸਾਡੇ ਕੋਲ ਅਦਾਲਤ ਹੁੰਦੀ ਕੋਈ ਨਹੀਂ। ਜੇ ਹਾਈ ਕੋਰਟ ਦਾ ਜੱਜ ਫੈਸਲਾ ਕਰਦਾ ਕਿਸੇ ਦੀ ਇਨਵੈਸਟੀਗੇਸ਼ਨ ਕੁਐਸ਼ ਕਰਦਾ ਤੇ ਉਹ ਅਸਤੀਫਾ ਦੇਵੇ, ਫਿਰ ਅਦਾਲਤਾਂ ਦਾ ਕੰਮ ਤਾਂ ਖਤਮ ਹੋ ਗਿਆ। ਹੁਣ ਦੱਸੋ ਇਹ ਕਿੰਨੀ ਵੱਡੀ ਚੁਣੌਤੀ ਹੈ ਕਿ ਜੁਡੀਸ਼ੀਅਲ ਸਿਸਟਮ ਨੂੰ, ਇਹਦੇ ਬਾਰੇ ਸਾਰੇ ਦੇਸ਼ ਨੂੰ ਸੋਚਣਾ ਪਏਗਾ ਕਿ ਜੇ ਆਈਓ ਇਹ ਕਹਿਣ ਲੱਗ ਗਿਆ ਵੀ ਜੋ ਮੈਂ ਕਹਿ ਦਿੱਤਾ ਸੀ ਇਸ ਤੋਂ ਬਾਅਦ ਜੱਜਮੈਂਟ ਕਿਉਂ ਦਿੱਤੀ, ਮੈਂ ਅਸਤੀਫਾ ਦੇਣਾ, ਫਿਰ ਜੁਡੀਸ਼ੀਅਲ ਸਿਸਟਮ ਤਾਂ ਅਦਾਲਤਾਂ ਤਾਂ ਖਤਮ ਹੋ ਗਈ। ਇਸ ਕਰਕੇ ਬੜਾ ਕੁਝ ਇੱਕ ਗੰਭੀਰਤਾ ਦੇ ਨਾਲ ਇਹ ਜਿਹੜੀ ਹੈ ਇਸ ਪਾਸੇ ਇਹ ਕੰਮ ਚੱਲੇਗਾ, ਕਿਉਂਕਿ ਮੁੱਖ ਮੰਤਰੀ ਸਾਹਿਬ ਦੀ ਵੀ ਜਿਹੜੀ ਭਾਸ਼ਾ ਇਹਦੇ ਤੇ ਆ ਉਹ ਵੀ ਬੜੀ ਪੋਲੀਟੀਕਲ ਹੈ, ਜਿਹੜੀ ਕਿ ਕੋਰਟ ਦੀ ਜੱਜਮੈਂਟ ਤੋਂ ਬਾਅਦ ਨਹੀਂ ਹੋਣੀ ਚਾਹੀਦੀ। ਸੁਪਰੀਮ ਕੋਰਟ ਜਾਣਾ ਅਧਿਕਾਰ ਹੈ ਸਰਕਾਰ ਦਾ, ਉਹ ਹਮੇਸ਼ਾ ਹੀ ਆਪਸ਼ਨ ਅਵੇਲੇਬਲ ਹੁੰਦੀ ਹੈ ਦੋਨਾਂ ਧਿਰਾਂ ਨੂੰ ਕਿ ਜੇ ਤੁਸੀਂ ਜੱਜਮੈਂਟ ਤੋਂ ਨਹੀਂ ਸੈਟੀਸਫਾਈਡ, ਤੁਹਾਨੂੰ ਲੱਗਦਾ ਕਿ ਕੋਈ ਪੁਆਇੰਟ ਰਹਿ ਗਿਆ, ਤੁਸੀਂ ਸੁਪਰੀਮ ਕੋਰਟ ਜਾ ਸਕਦੇ ਹੋ, ਆਪਣੇ ਚੈਲੰਜ ਕਰ ਸਕਦੇ ਹੋ, ਉਹ ਅਧਿਕਾਰ ਹੁੰਦਾ। ਪਰ ਕੋਰਟ ਦੀ ਜੱਜਮੈਂਟ ਆ ਜਾਏ ਔਰ ਸੀਐਮ ਕਹੇ ਕਿ ਆਈ ਸਟੈਂਡ ਵਿਦ ਦਾ ਆਈਓ, ਫਿਰ ਤੇ ਅਦਾਲਤ ਦੇ ਖਿਲਾਫ ਹੀ ਹੈ ਨਾ ਗੱਲ, ਕਿਉਂਕਿ ਮੁੱਖ ਮੰਤਰੀ ਭਾਵੇਂ ਕਿਸੇ ਵੀ ਪਾਰਟੀ ਦੇ ਹੁਣ, ਸਾਡੇ ਵੀ ਮੁੱਖ ਮੰਤਰੀ ਨੇ, ਜੁਡੀਸ਼ਰੀ ਦੀ ਇੱਜ਼ਤ ਨੂੰ ਕਾਇਮ ਰੱਖਣਾ ਮੁੱਖ ਮੰਤਰੀ ਸਾਹਿਬ ਦੀ ਵੀ ਪ੍ਰਾਇਮਰੀ ਡਿਊਟੀ, ਕਿਉਂਕਿ ਹਮੇਸ਼ਾ ਸੀਸ ਝੁਕਾ ਕੇ ਅਦਾਲਤ ਦਾ ਫੈਸਲਾ ਐਕਸੈਪਟ ਕੀਤਾ ਜਾਂਦਾ ਹੁੰਦਾ। ਹੁਣ ਜੇ ਤੁਸੀਂ ਕਹੋਗੇ ਕਿ ਆਈ ਸਟਿਲ ਸਟੈਂਡ ਵਿਦ ਦਾ ਆਈਓ, ਤੁਸੀਂ ਚੈਲੰਜ ਤਾਂ ਕਰ ਸਕਦੇ ਹੋ, ਪਰ ਤੁਹਾਡੀ ਭਾਸ਼ਾ ਜਿਹੜੀ ਹੈ ਇਹ ਕਿਤੇ ਨਾ ਕਿਤੇ ਜਿਹੜੀ ਹੈ ਮਾਨ ਮਰਿਆਦਾ ਹੈਗੀ ਹੈ ਅਦਾਲਤ ਦੀ, ਉਹਨੂੰ ਸੱਟ ਜ਼ਰੂਰ ਮਾਰ। ਇਸ ਜੱਜਮੈਂਟ ਦੇ ਵਿੱਚ ਇਹਦੇ 'ਚ ਕੀ ਹੋਇਆ ਸੀਗਾ, ਜੋ ਮੈਂ ਹੁਣ ਤੱਕ ਦੀ ਮੇਰੀ ਇਨਫੋਰਮੇਸ਼ਨ ਹੈ, ਜਿੰਨਾ ਕੁਝ ਕੋਰਟ 'ਚ ਹੋਇਆ, ਵੀ ਜੱਜ ਸਾਹਿਬ ਨੇ ਇਹਨਾਂ ਨੂੰ ਕਿਹਾ ਕਿ ਮੈਂ ਜਿਹੜੀ ਹੈਗੀ ਹੈ ਤੁਹਾਡੇ ਕੋਲ 3 ਆਪਸ਼ਨ ਸੀ, ਕਿ ਜਾਂ ਤਾਂ ਮੈਂ ਕੇਸ ਸੀਬੀਆਈ ਨੂੰ ਰੈਫਰ ਕਰਾਂ, ਸਾਰਾ ਕੇਸ ਸੁਣਨ ਤੋਂ ਬਾਅਦ ਜਦੋਂ ਕੁਐਸ਼ ਕਰ ਦਿੱਤੀ ਇਨਵੈਸਟੀਗੇਸ਼ਨ ਆਈ, ਉਹਨਾਂ ਨੇ ਕਿਹਾ ਕਿ ਨਹੀਂ ਰਹਿ ਸਕਦਾ, ਚੇਂਜ ਕਰਨਾ ਪਏਗਾ। ਉਹਨਾਂ ਨੇ ਕਿਹਾ 3 ਆਪਸ਼ਨਸ ਆ, ਜਾਂ ਤਾਂ ਸੀਬੀਆਈ ਨੂੰ ਭੇਜ ਦਿਆਂ, ਜਾਂ ਹਰਿਆਣਾ ਪੁਲਿਸ ਨੂੰ ਦੇ ਦਿਆਂ, ਤੇ ਤੀਜਾ ਉਹਨਾਂ ਨੇ ਕਿਹਾ ਕਿ ਜੇ ਤੁਸੀਂ ਇਨਵੈਸਟੀਗੇਟ ਕਰਨਾ ਚਾਹੁੰਦੇ ਹੋ ਤਾਂ ਨਵੀਂ ਸਿਟ ਬਣਾਉਣੀ ਪਊਗੀ, ਇਸ ਅਫਸਰ ਨੂੰ ਵਿੱਚੋਂ ਬਾਹਰ ਕੱਢਣਾ ਪਊਗਾ। ਉਸ ਤੋਂ ਬਾਅਦ ਇਹਨਾਂ ਦੇ ਵਕੀਲ ਸਾਹਿਬ ਨੇ ਟਾਈਮ ਲਿਆ, ਕੋਰਟ ਅਡਜਰਨ ਹੋਈ, ਉਹਨੇ ਜਿਹੜੀ ਹੈਗੀ ਆ ਡੀਜੀਪੀ ਵਗੈਰਾ ਨਾਲ, ਮੱਕੇ ਨਾਲ, ਸਰਕਾਰ ਨਾਲ ਗੱਲ ਕੀਤੀ। ਗੱਲ ਕਰਨ ਤੋਂ ਬਾਅਦ ਉਹਨੇ ਕਿਹਾ ਕਿ ਸਟੇਟ ਇਨਵੈਸਟੀਗੇਟ ਕਰਨਾ ਚਾਹੁੰਦੀ ਆ, ਅਸੀਂ ਨਵੀਂ ਸਿਟ ਬਣਾਵਾਂਗੇ। ਇਹ ਕੰਡੀਸ਼ਨ ਅੰਦਰ ਇਹਨਾਂ ਨੇ ਐਕਸੈਪਟ ਕੀਤੀ ਹੈ ਕੋਰਟ 'ਚ। ਡਿਟੇਲ ਤਾਂ ਹੁਣ ਜੱਜਮੈਂਟ ਦੇ ਵਿੱਚ ਸਾਰੀਆਂ ਗੱਲਾਂ ਆਉਣਗੀਆਂ। ਇਹ ਓਪਨ ਕੋਰਟ ਦੇ ਵਿੱਚ ਜਿਹੜੇ ਵਕੀਲ ਹਾਜ਼ਰ ਸੀਗੇ ਕਿ ਉਦੋਂ ਇਹਨਾਂ ਨੇ ਟਾਈਮ ਲੈ ਕੇ ਬਕਾਇਦਾ ਉੱਥੇ ਕੰਸੈਂਟ ਦਿੱਤੀ, ਇਹ ਗੱਲ ਨੂੰ ਮੰਨਿਆ ਕਿ ਠੀਕ ਹੈ, ਪਤਾ ਇਹਨਾਂ ਨੂੰ ਕਿ ਬਈ ਕੋਰਟ ਕੋਲ ਤਾਂ ਜ਼ਰੂਰੀ ਨਹੀਂ ਹੁੰਦਾ ਕਿ ਤੁਹਾਡੀ ਰਾਏ ਨਾਲ ਹੀ ਕਰੇ, ਕੋਰਟ ਤਾਂ ਸੀਬੀਆਈ ਨੂੰ ਵੀ ਭੇਜ ਸਕਦੀ ਸੀ, ਹਰਿਆਣਾ ਪੁਲਿਸ ਨੂੰ ਵੀ ਭੇਜ ਸਕਦੀ, ਜੁਡੀਸ਼ਰੀ ਵੀ ਜਿਵੇਂ ਤੁਸੀਂ ਕਹਿ ਰਹੇ ਹੋ ਕੁਝ ਕਰ ਸਕਦੀ ਸੀ। ਪਰ ਮੇਰੇ ਖਿਆਲ ਉਹਨਾਂ ਨੇ ਫਿਰ ਸਮਝਿਆ ਕਿ ਸਟੇਟ ਦਾ ਰਾਈਟ ਇਨਵੈਸਟੀਗੇਟ ਕਰਨ ਦਾ ਨਹੀਂ ਉਹਨਾਂ ਨੇ ਲਿਆ। ਅੱਛੀ ਗੱਲ ਹੈ ਕਿ ਉਹਨਾਂ ਨੇ ਫਿਰ ਕਿਹਾ ਕਿ ਫੋਰਸ ਤੇ ਬੇਭਰੋਸਗੀ ਨਹੀਂ ਪ੍ਰਗਟ ਕੀਤੀ, ਇੱਕ ਅਫਸਰ ਤੇ ਬੇਭਰੋਸਗੀ ਪ੍ਰਗਟ ਕੀਤੀ। ਸੀਐਸ ਇਹ ਤਾਂ ਕਹਿ ਸਕਦੇ ਕਿ ਅਸੀਂ ਜੱਜਮੈਂਟ ਪੜ੍ਹਾਂਗੇ, ਜੇ ਅਪੀਲੇਬਲ ਹੋਇਆ ਤਾਂ ਵਿਲ ਗੋ ਫਾਰ ਅਪੀਲ, ਇਹ ਤਾਂ ਠੀਕ ਹੈ, ਰਾਈਟ ਹੈ, ਪਰ ਜੱਜਮੈਂਟ ਆ ਚੁੱਕੀ ਹੈ, ਉਹਦੇ ਅਗੇਂਸਟ ਤਾਂ ਉਹਨੂੰ ਤਾਂ ਰਿਮੂਵ ਕਰ ਚੁੱਕੀ ਹੈ ਕੋਰਟ, ਉਹਦੀ ਇਨਵੈਸਟੀਗੇਸ਼ਨ ਕੈਂਸਲ ਕਰ ਚੁੱਕੀ ਹੈ। ਇਹਦਾ ਮਤਲਬ ਤੁਸੀਂ ਜੇ ਫਿਰ ਵੀ ਉਸ ਤੋਂ ਬਾਅਦ ਸਟੇਟਮੈਂਟ ਦਿੰਦੇ ਹੋ ਤਾਂ ਇਹ ਡੈਰੋਗੇਟਰੀ ਹੈ, ਕੰਟੈਂਪਟ ਹੈ। ਮੈਂ ਇਹੀ ਤਾਂ ਕਹਿ ਰਿਹਾ ਕਿ ਘੱਟੋ ਘੱਟ ਮੁੱਖ ਮੰਤਰੀ ਸਾਹਿਬ ਨੂੰ ਜਿਹੜੀ ਹੈ ਉੱਦਾਂ ਤਾਂ ਕੀ ਕੁਝ ਕਰਦੇ ਆ ਸਾਰੀ ਦੁਨੀਆ ਨੂੰ ਪਤਾ, ਪਰ ਫਿਰ ਵੀ ਮੁੱਖ ਮੰਤਰੀ ਨੇ ਉਹਦੀ ਮਰਿਆਦਾ ਮਾੜੀ ਮੋਟੀ ਰੱਖਣੀ ਚਾਹੀਦੀ। ਬਿਲਕੁਲ ਸਟੇਟ ਦਾ ਹੈਡ ਹੈ। ਜੇ ਤੁਸੀਂ ਜੁਡੀਸ਼ਰੀ ਨੂੰ ਇੰਨੀ ਇੱਜ਼ਤ ਵੀ ਨਹੀਂ ਦਿੰਦੇ, ਠੀਕ ਹੈ ਨਾ, ਤੁਸੀਂ ਬਹੁਤ ਕੁਝ ਕਰਦੇ ਹੋ ਸਾਨੂੰ ਪਤਾ, ਪਰ ਇੱਥੇ ਇੱਕ ਬਣਦਾ ਸੀ ਫਰਜ਼ ਉਹਨਾਂ ਦਾ ਕਿ ਇੱਥੇ ਉਹ ਚੁੱਪ ਰਹਿੰਦੇ ਕਿ ਹਰ ਜੱਜਮੈਂਟ ਨਹੀਂ ਆਈ, ਏਜੀ ਆਫਿਸ ਜੱਜਮੈਂਟ ਦੇਖੇਗਾ, ਜੋ ਜਿਹੜਾ ਲੀਗਲ ਆਪਸ਼ਨ ਸਾਡੇ ਕੋਲ ਅਵੇਲੇਬਲ ਹੋਈ ਅਸੀਂ ਅਵੇਲ ਕਰਾਂਗੇ, ਉਹ ਰਾਈਟ ਹੁੰਦਾ। ਮਤਲਬ ਪਾਰਟੀ ਜਿਹੜੀ ਹੈ ਉਹ ਸਟੈਂਡ ਦਾ ਸਟਰੋਂਗਲੀ ਕੰਡੈਮ ਕਰ ਰਹੀ ਹੈ। ਹਾਂਜੀ, ਅਕਾਲੀ ਦਲ ਸਟਰੋਂਗਲੀ ਕੰਡੈਮ ਕਰ ਰਿਹਾ ਹੈ। ਨਹੀਂ, ਮੈਂ ਸਮਝਦਾ ਕਿ ਤੁਸੀਂ ਦੇਖੋ ਇੱਥੋਂ ਮਾੜੀ ਗੱਲ ਕੀ ਹੋ ਸਕਦੀ ਹੈ, ਤੁਸੀਂ ਕੋਈ ਅਸਤੀਫੇ ਦੇ ਜਾਂਦਾ, ਜੇ ਹੁਣ ਆਈਓ ਤੁਹਾਡੇ ਅਗੇਂਸਟ ਕੋਈ ਕੇਸ ਗਲਤ ਦਰਜ ਕਰ ਦਿੰਦਾ ਤਾਂ ਮੇਰੇ ਅਗੇਂਸਟ ਗਲਤ ਦਰਜ ਕਰ ਦਿੰਦਾ, ਕੋਰਟ ਉਹਨੂੰ ਸਕ੍ਰੈਪ ਕਰ ਦਿੰਦੀ ਹੈ, ਉਹ ਬਾਹਰ ਆ ਕੇ ਅਸਤੀਫਾ ਦੇ ਦਿੰਦਾ, ਵੀ ਮੈਂ ਤਾਂ ਸਹਿਮਤ ਹੀ ਨਹੀਂ। ਆਈਓ ਨੂੰ ਤਾਂ ਸਲੂਟ ਮਾਰ ਕੇ ਕੋਰਟ ਨੂੰ ਬਾਹਰ ਜਾਣਾ ਹੁੰਦਾ ਜਿਸ ਤਰ੍ਹਾਂ ਕਿ ਮੇਰਾ ਕੰਮ ਐਵੀਡੈਂਸ ਕਲੈਕਟ ਕਰਨਾ ਸੀ, ਇਹ ਕੋਰਟ ਨੇ ਐਪਰੀਸ਼ੀਏਟ ਕੀਤਾ ਜਾਂ ਨਹੀਂ ਕੀਤਾ, ਕੋਰਟ ਦਾ ਮਰਜ਼ੀ, ਸੀਐਮ ਦੀ ਗਲਤੀ ਹੈ। ਪਰ ਜੇ ਹੁਣ ਇਸ ਤਰੀਕੇ ਕੰਮ ਚੱਲ ਪਿਆ ਤਾਂ ਹੀ ਮੈਂ ਕਿਹਾ ਨਾ ਵੀ ਇਹ ਜਿਹੜੇ ਰੈਜੀਗਨੇਸ਼ਨ ਨੇ ਇਸ ਤਰ੍ਹਾਂ ਜਿਹੜੇ ਇਸ ਮੌਕਿਆਂ 'ਤੇ ਜਿੱਦਾਂ ਦੇ ਬਾਹਰ ਖਬਰਾਂ ਛਪ ਰਹੀਆਂ ਨੇ, ਇਹ ਜੁਡੀਸ਼ੀਅਲ ਸਿਸਟਮ ਵਾਸਤੇ ਇੱਕ ਬੜੀ ਵੱਡੀ ਚੁਣੌਤੀ ਪੈਦਾ ਕਰਦੀ, ਕਿਉਂਕਿ ਹਮੇਸ਼ਾ ਰਿਵਾਜ ਹੁੰਦਾ, ਵੱਡੇ ਵੱਡੇ ਪ੍ਰਾਈਮ ਮਿਨਿਸਟਰਾਂ ਦੇ ਖਿਲਾਫ ਵੀ ਕੇਸ ਹੁੰਦੇ ਆ, ਉਹ ਵੀ ਕਹਿੰਦੇ ਕਿ ਅਦਾਲਤ ਦਾ ਫੈਸਲਾ ਮੈਨੂੰ ਪ੍ਰਵਾਨ ਹੈ, ਮੈਂ ਅਪੀਲ ਕਰਾਂਗਾ,
ਹਮੇਸ਼ਾ ਇਹੀ ਹੁੰਦਾ, ਇੱਕ ਇੱਜ਼ਤ ਦਿੱਤੀ ਜਾਂਦੀ ਹੈ ਜੁਡੀਸ਼ਰੀ। ਲੀਗਲ ਪ੍ਰੋਸੈਸ ਲੈ ਲਓ ਜੋ ਲੈਣਾ। ਹਾਂ ਜੋ ਲੜ ਉਹ 100% ਜਿਹੜੇ ਹਲਕੇ ਆ ਉੱਥੇ ਸਾਡੇ ਕੈਂਡੀਡੇਟ ਖੜੇ ਆ, ਜਿਹੜੇ ਲੀਡਰਾਂ ਦੀਆਂ ਡਿਊਟੀਆਂ ਲੱਗਣੀਆਂ ਸੀ ਉਹ ਲੱਗੀਆਂ, ਕਿਉਂਕਿ 15 ਤੋਂ ਬਾਅਦ ਉਹਨਾਂ ਨੇ ਡਿਮਾਂਡ ਕੀਤੀ ਸੀ, ਕਿਉਂਕਿ 10 ਤੱਕ ਤਾਂ ਨੋਮੀਨੇਸ਼ਨ ਵਿਡਰਾਲ ਦਾ ਟਾਈਮ ਸੀਗਾ, ਇਸ ਕਰਕੇ 15 ਤੋਂ ਬਾਅਦ ਜਿਹਦੀਆਂ ਡਿਊਟੀਆਂ ਨੇ ਬਕਾਇਦਾ ਚਾਰਟ ਬਣਾ ਕੇ ਜੋ ਕਿਉਂਕਿ ਕੁਝ ਲੀਡਰਾਂ ਦੀ ਡਿਮਾਂਡ ਹਮੇਸ਼ਾ ਪਰਟੀਕੂਲਰ ਹਲਕਿਆਂ ਤੋਂ ਹੁੰਦੀ ਹੈ, ਉਹਨਾਂ ਦੀ ਡਿਊਟੀਆਂ ਲੱਗੀਆਂ, ਹੁਣ ਜਾ ਕੇ 15 ਤੋਂ ਬਾਅਦ ਜੁਆਇਨ ਕਰਨਗੇ। ਪਰ ਬੜਾ ਅੱਛਾ ਉੱਥੇ ਰਿਸਪੌਂਸ ਆ। ਉਹਨਾਂ ਦੀ ਪੋਜੀਸ਼ਨ ਤਾਂ ਉਦੋਂ ਪਤਾ ਲੱਗੀ ਸੀ ਜਦੋਂ ਸਾਡਾ ਸਿੰਬਲ ਰੋਕਣ ਦੀ ਕੋਸ਼ਿਸ਼ ਕੇਜਰੀਵਾਲ ਦੀ ਸਰਕਾਰ ਨੇ ਤੇ ਦਿੱਲੀ ਦੀ ਸਰਕਾਰ ਨੇ ਤੇ ਮਨਜੀਤ ਸਿੰਘ ਜੀਕੇ ਦੇ ਸਾਹਮਣੇ ਸਾਰਿਆਂ ਨੇ ਰਲ ਕੇ ਕੀਤੀ, ਉਦੋਂ ਹੀ ਪਤਾ ਲੱਗਿਆ ਸੀ, ਕਿਉਂਕਿ ਜਿਹਦੀ ਸ਼ਕਤੀ ਹੁੰਦੀ ਹੈ ਉਹਦੇ ਦੁਆਲੇ ਸਾਰੇ ਇਕੱਠੇ ਹੁੰਦੇ, ਕਿਉਂਕਿ ਚੰਗਾ ਕੰਮ ਉਹਨਾਂ ਨੇ ਕੀਤਾ। ਕੋਵਿਡ ਦੇ ਵਿੱਚ ਵੀ, ਕਿਸਾਨ ਅੰਦੋਲਨ ਦੇ ਵਿੱਚ ਵੀ, ਨੌਜਵਾਨ ਜਿਹੜੇ ਜੇਲ੍ਹਾਂ 'ਚ ਗਏ ਉਹਨਾਂ ਦੇ ਵੀ, ਹਸਪਤਾਲ ਦਾ ਵੀ ਬੜਾ ਅੱਛਾ, ਬਾਕੀ ਪ੍ਰਬੰਧ ਵੀ ਕਾਫੀ ਅੱਛਾ, ਇਸ ਕਰਕੇ ਸੰਗਤ ਦਾ ਬੜਾ ਚੰਗਾ ਹੁੰਗਾਰਾ ਹੈ ਔਰ ਸਾਨੂੰ ਉਮੀਦ ਹੈ ਕਿ ਸੰਗਤ ਫਿਰ ਕਿਰਪਾ ਕਰੇਗੀ, ਉਹ ਸੇਵਾ ਸਾਨੂੰ ਦੁਬਾਰਾ ਦੇਵੇਗੀ। ਅੱਛਾ, ਇਹ ਇੱਕ ਚਰਚਾ ਹੈ ਕਿ ਕੇਂਦਰ ਸਰਕਾਰ ਦਾ ਕੋਈ ਹੁਣ ਉਹਦੇ ਉੱਤੇ ਪ੍ਰਭਾਵ ਤਾਂ ਨਹੀਂ ਪਾ ਰਹੇ ਹੋ ਇਲੈਕਸ਼ਨ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਡਾਇਰੈਕਟਲੀ ਜਾਂ ਇਨਡਾਇਰੈਕਟਲੀ? ਨਹੀਂ, ਪੂਰੀਆਂ ਦੂਜੀਆਂ ਪਾਰਟੀਆਂ ਜਿਹੜੀਆਂ ਹੈਗੀਆਂ ਕੋਸ਼ਿਸ਼ ਕਰ ਰਹੀਆਂ, ਜਦੋਂ ਸਿੰਬਲ ਰੁਕਦੇ ਆ ਸਰਕਾਰਾਂ ਤੱਕ ਦਖਲਅੰਦਾਜ਼ੀ ਹੁੰਦੀ ਹੈ ਤਾਂ ਮਦਦ ਵਾਸਤੇ ਹੁੰਦੀ ਹੈ, ਪਰ ਕੋਈ ਫਰਕ ਨਹੀਂ। ਪੰਜਾਬ ਦੇ ਵਿੱਚ ਵੀ ਕਾਂਗਰਸ ਖੁੱਲ੍ਹ ਕੇ ਜ਼ੋਰ ਲਾਉਂਦੀ ਰਹੀ ਹੈ ਹਮੇਸ਼ਾ, ਦੂਜੀਆਂ ਪਾਰਟੀਆਂ ਵੀ ਲਾਉਂਦੇ ਨੇ, ਇਸ ਕਰਕੇ ਚੱਲਦਾ ਕੋਈ ਨਹੀਂ, ਇਲੈਕਸ਼ਨ ਹੈ। ਸੰਗਤ ਨੇ ਦੇਖਣਾ ਕਿ ਕਿਹਦੇ ਹੱਥਾਂ ਦੇ ਵਿੱਚ ਪ੍ਰਬੰਧ ਸੇਫ ਹੈ, ਉਹ ਸੇਵਾ ਉਹਨਾਂ ਨੇ ਦੇਣੀ ਹੈ। ਜੋ ਸੰਗਤ ਫੈਸਲਾ ਕਰਦੀ ਹੈ ਹਮੇਸ਼ਾ ਅਸੀਂ ਪ੍ਰਵਾਨ ਕਰਦੇ ਹਾਂ, ਚੰਗਾ ਫੈਸਲਾ ਕਰਦੀ ਸੰਗਤ। ਤੇ ਪਾਰਟੀ ਪ੍ਰਧਾਨ ਕਹਿੰਦੇ ਉੱਥੇ ਚਰਚਾ ਹੈ ਵੀ ਪਾਰਟੀ ਪ੍ਰਧਾਨ ਤੇ ਬਾਦਲ ਸਾਹਿਬ ਵੀ ਉੱਥੇ ਦਿੱਲੀ 'ਚ ਨਹੀਂ ਜਾ ਰਹੇ, ਵੀ ਇਕੱਲੇ ਸਿਰਸਾ ਸਾਹਿਬ ਨੂੰ ਐਤਕੀ ਚਿਹਰਾ ਬਣਾਇਆ ਹੋਇਆ। ਨਹੀਂ, ਅਸੀਂ ਉੱਥੇ ਇਹ ਹੈ ਕਿ ਇੱਕ ਤਾਂ ਕੋਵਿਡ ਕਰਕੇ ਉੱਥੇ ਵੱਡੇ ਪ੍ਰੋਗਰਾਮ ਹੋ ਨਹੀਂ ਰਹੇ। ਪਾਰਟੀ ਪ੍ਰਧਾਨ ਹਮੇਸ਼ਾ ਉਦੋਂ ਜਾਂਦੇ ਹੁੰਦੇ ਜਦੋਂ ਮਾਸ ਮੂਵਮੈਂਟ ਕ੍ਰੀਏਟ ਕਰਨੀ ਹੁੰਦੀ। ਉੱਥੇ ਜਿਹੜਾ ਹੈ ਡੋਰ ਟੂ ਡੋਰ ਵਾਲਾ ਹੀ ਕੰਮ ਹੈ, ਵਰਕਿੰਗ ਜਿਹੜੀ ਹੈਗੀ ਆ ਇੰਟਾਇਰਲੀ ਡਿਫਰੈਂਟ ਹੈ ਇਲੈਕਸ਼ਨ ਦੀ, ਕਿਉਂਕਿ ਨਾ ਰੈਲੀ ਦੀ ਕੋਈ ਇਜਾਜ਼ਤ ਦਿੰਦੇ ਆ, ਨਾ ਰੋਡ ਸ਼ੋਅ ਦੀ ਇਜਾਜ਼ਤ ਦਿੰਦੇ ਆ, ਤੇ ਜਿਹੜੇ ਸਟਾਰ ਕੰਪੇਨਰ ਹੁੰਦੇ ਆ ਉਹ ਜ਼ਿਆਦਾਤਰ ਹੁੰਦੇ ਆ ਕਿ ਤੁਸੀਂ ਇਕੱਠ ਕਰਦੇ ਹੋ ਤਾਂ ਸਬੂਤ ਕਰੋ। ਹੁਣ ਜਿੱਦਾਂ ਦੇ ਪ੍ਰੈਕਟੀਕਲ ਹਾਲਾਤ ਹੈ ਉਹਦੇ ਮੁਤਾਬਕ ਤੁਹਾਨੂੰ ਆਪਣੀ ਸਟ੍ਰੈਟਜੀ ਜਿਹੜੀ ਆ ਬਦਲਣੀ ਪੈਂਦੀ ਹੈ। ਇਸ ਕਰਕੇ ਹੁਣ ਜਿਹੜੇ ਗਰਾਊਂਡ 'ਤੇ ਜਿਨ੍ਹਾਂ ਦੀ ਜ਼ਰੂਰਤ ਹੈ ਜਾ ਕੇ ਕੰਮ ਕਰ ਸਕਦੇ, ਮਿਡਲ ਲੈਵਲ ਦੇ ਜ਼ਿਆਦਾ ਡਿਮਾਂਡ ਹੈ ਵਰਕਰ ਦੀ, ਕਿ ਜਿਹੜੇ ਘਰੋਂ ਘਰੀ ਜਾ ਕੇ ਜਾਂ ਯੰਗ ਚਿਹਰੇ ਜਿਹੜੇ ਦਿੱਲੀ ਤੱਕ ਕਈ ਪੌੜੀਆਂ ਚੜ੍ਹਨੀਆਂ ਪੈਂਦੀਆਂ, ਜਿਹੜੇ ਜਾ ਕੇ ਬੇਨਤੀਆਂ ਕਰ ਸਕਦੇ ਹੋ, ਉਹਨਾਂ ਦੀ ਲੋੜ ਵੱਧ ਹੈ। ਇਸ ਕਰਕੇ ਜਿੱਦਾਂ ਦੀ ਉਹਨਾਂ ਦੀ ਡਿਮਾਂਡ ਹੈ ਉੱਦਾਂ ਦੀ ਕਰਾਂਗੇ। ਅੱਛਾ, ਇੱਕ ਆਪਣੇ ਅਕਾਲੀ ਦਲ ਦੇ ਪ੍ਰਧਾਨ ਰਘਬੀਰ ਸਿੰਘ ਬਾਦਲ ਕਿਤੇ ਸਾਰੀਆਂ ਚੀਜ਼ਾਂ ਕੋਰ ਕਮੇਟੀ ਦੀਆਂ ਲਗਾਤਾਰ ਮੀਟਿੰਗਾਂ ਹੁੰਦੀਆਂ, ਕਿੱਥੇ ਕਿੱਥੇ ਰੈਲੀ ਕਰਨੀ ਹੈ, ਕਿੱਥੇ ਕਿੱਥੇ ਕੀ ਕਰਨਾ, ਸਾਰਾ ਕੁਝ ਪਹਿਲਾਂ ਅਸੀਂ ਡਿਸਕਸ ਕਰਦੇ ਹਾਂ। ਇਹ ਕੈਂਡੀਡੇਟ ਜਿਹੜੇ ਅਨਾਉਂਸ ਕੈਂਡੀਡੇਟ ਵੀ ਪਤਾ ਸਾਨੂੰ, ਜਿੱਥੇ ਜਾਂਦੇ ਪ੍ਰਧਾਨ ਸਾਹਿਬ ਪਹਿਲਾਂ ਸਾਰਾ ਕੁਝ ਓਪਨਲੀ ਡਿਸਕਸ ਕੋਰ ਕਮੇਟੀ 'ਚ ਕਰਦੇ, ਕਿੱਥੇ ਲੀਡ ਕੌਣ ਕਰ ਰਿਹਾ। ਬਹੁਤ ਸਾਰੀਆਂ ਥਾਵਾਂ ਹੁੰਦੀਆਂ ਜਿੱਥੇ ਅਨਡਿਸਪਿਊਟਡ ਲੀਡਰਸ਼ਿਪ ਪਾਰਟੀ ਦੀ ਮੌਜੂਦ, ਕੱਲ੍ਹ ਸਾਡੀ ਦੂਜੀਆਂ ਪਾਰਟੀ 'ਚ ਵੀ ਹੁੰਦਾ। ਬਹੁਤ ਸਾਰੇ ਹਲਕੇ ਹੁੰਦੇ, ਥੋੜ੍ਹੇ ਹਲਕੇ ਹੁੰਦੇ ਆ ਜਿੱਥੇ ਐਂਡ ਤੱਕ ਤੁਹਾਨੂੰ ਜਿਹੜੀ ਹੈਗੀ ਵੇਟ ਕਰਨੀ ਪੈਂਦੀ ਹੈ ਜਿਹੜੀ ਹੈਗੀ। ਇਸ ਕਰਕੇ ਜਿੰਨਾ ਥਾਵਾਂ ਦੇ ਉੱਤੇ ਲੀਡਰ ਅਨਡਿਸਪਿਊਟਡ ਹੁੰਦੀ ਹੈ ਹਮੇਸ਼ਾ ਹੀ ਉੱਥੇ ਜਦੋਂ ਪਾਰਟੀ ਦੀ ਪ੍ਰੋਗਰਾਮ ਹੁੰਦੇ ਆ, ਦੂਜੇ ਹੁੰਦੇ ਆ, ਤੇ ਲੀਡਰ ਉੱਥੇ ਜਿਹੜੇ ਹੈਗੇ ਆ ਉਹਨਾਂ ਦੇ ਹੱਕ ਦੇ ਵਿੱਚ ਓਪਨਲੀ ਵੀ ਅਗਲੀ ਵਾਰੀ ਤੁਸੀਂ ਇਹਨੂੰ ਸੇਵਾ ਦੇਣੀ ਹੈ, ਇਹਨੂੰ ਜਿਤਾਉਣਾ ਹੈ, ਇਹ ਕੰਮ ਹਮੇਸ਼ਾ ਹੀ ਹੁੰਦਾ, ਨਵੀਂ ਗੱਲ ਨਹੀਂ। ਕਈ ਹਲਕਿਆਂ 'ਚ ਰੌਲਾ ਵੀ ਹੈ, ਜਿਸ ਤਰ੍ਹਾਂ ਪੱਟੀ ਹੁੰਦੀ ਹੈ, ਪਰ ਪਾਰਟੀ ਜਦੋਂ ਫੈਸਲਾ ਕਰਦੀ ਹੈ ਸਾਰੇ ਫੈਸਲੇ ਵਿਚਾਰੇ ਜਾਂਦੇ। ਉੱਥੇ ਵੀ ਫਿਰੋਜ਼ਪੁਰ ਦੀ ਸਾਰੀ ਲੀਡਰਸ਼ਿਪ ਜਦੋਂ ਉਹਨਾਂ ਨੇ ਕਿਹਾ ਤਾਂ ਨਾਲ ਹੀ ਬੈਠੇ। ਇਸ ਕਰਕੇ ਪਾਰਟੀ ਨੇ ਦੇਖਣਾ ਕਿ ਬਿਹਤਰ ਕੀ, ਇਹ ਨਹੀਂ ਕਿ ਦੂਜੇ ਨੂੰ ਰਿਜੈਕਟ ਕਰ ਦਿੱਤਾ ਜਾਂਦਾ। ਜੇ ਕਿਸੇ ਨੂੰ ਨਹੀਂ ਵੀ ਦਿੱਤੀ ਜਾਂਦੀ ਤਾਂ ਬੜਾ ਕੁਝ ਹੁੰਦਾ ਪਾਰਟੀਆਂ ਦੇ ਵਿੱਚ। ਕੈਂਡੀਡੇਟ ਤਾਂ ਜਿੰਨੇ ਹਲਕੇ ਆ ਉਨੇ ਹੋ ਸਕਦੇ, ਹਰ ਹਲਕੇ ਦੇ ਵਿੱਚ ਬਰਾਬਰ ਦੇ ਸਾਥੀ ਹੁੰਦੇ ਆ। ਜੇ ਮੈਂ ਇੱਥੇ ਆ ਤੇ ਮੇਰੇ ਬਰਾਬਰ ਦੇ ਸਾਥੀ ਆ ਸਾਰੇ ਜਿਹੜੇ ਆਲੇ ਦੁਆਲੇ ਬੈਠੇ, ਇਹ ਵੀ ਬਣ ਸਕਦੇ ਆ। ਹਰ ਹਲਕੇ 'ਚ ਇੱਦਾਂ ਹੁੰਦਾ, ਪਰ ਇਹ ਹੈ ਕਿ ਉਹਨਾਂ ਦੀ ਵੀ ਬਹੁਤ ਥਾਵਾਂ 'ਤੇ ਆਪਣੀ ਵੀ ਰਾਏ ਦਿੱਤੀ ਹੁੰਦੀ ਹੈ ਕਿ ਕੋਈ ਨਹੀਂ ਤੁਸੀਂ ਇਹਨੂੰ ਜੋ ਸਾਡਾ ਉਸ ਤੋਂ ਬਾਅਦ ਸਰਕਾਰ ਬਣਦੀ ਹੈ ਤਾਂ ਕਿਸੇ ਨੂੰ ਐਡਜਸਟ ਕੀਤਾ ਜਾਂਦਾ, ਕਿਸੇ ਨੂੰ ਕੋਈ ਹੋਰ ਇੱਜ਼ਤਮਾਨ ਦਿੱਤਾ ਜਾਂਦਾ। ਇਸ ਕਰਕੇ ਦਰਜਾ ਬਦਰਜਾ, ਕਿਉਂਕਿ ਪਾਰਟੀ ਕੋਲ ਇਕੱਲੀ ਇੱਕ ਆਪਸ਼ਨ ਨਹੀਂ ਹੁੰਦੀ, ਕਈ ਆਪਸ਼ਨ ਹੁੰਦੀਆਂ। ਕੁਛ ਜਥੇਬੰਦੀਆਂ 'ਚ ਰਹਿ ਕੇ ਰਾਜੀ ਹੁੰਦੇ ਨੇ ਕਿ ਮੈਂ ਜ਼ਿਲ੍ਹਾ ਜਥੇਦਾਰੀ ਰਹਿਣਾ, ਮੈਂ ਇਹਦੇ 'ਚ ਖੁਸ਼ ਹਾਂ। ਕੁਛ ਆਰਗੇਨਾਈਜੇਸ਼ਨ 'ਚ ਕੰਮ ਕਰਕੇ ਰਾਜੀ ਹੁੰਦੇ ਆ, ਕੁਛ ਇਲੈਕਸ਼ਨ ਲੜ ਕੇ ਰਾਜੀ ਹੁੰਦੇ ਆ, ਕੁਛ ਹੋਰ ਅੱਗੋਂ ਕਈ ਇਲੈਕਸ਼ਨ ਆਉਣੀ, ਇੱਕ ਤਾਂ ਆਉਣੀ ਨਹੀਂ, ਇਹ ਆਉਣੀ ਹੈ, SGPC ਆਉਣੀ ਹੈ, ਜ਼ਿਲ੍ਹਾ ਪ੍ਰੀਸ਼ਦ ਆਉਣੀ ਹੈ। ਹਰ ਲੈਵਲ ਦੇ ਉੱਤੇ ਕੋਈ ਕਿਸੇ ਦਾ ਕੋਈ ਏਮ ਹੁੰਦਾ, ਕਿਸੇ ਦਾ ਕੋਈ ਹੁੰਦਾ, ਚੱਲਦਾ ਰਹਿੰਦਾ।